ਗੁਰਮੁਖ ਪਿਆਰਿਓ, ਅੱਜ ਆਪਾਂ ਸਾਰੇ ਗੁਰੂ ਦੇ ਦਰਸ਼ਨ ਕਰਨ ਆਏ ਹਾਂ ਤੇ ਗੁਰੂ ਜੀ ਦੇ ਬਚਨ ਸਰਵਣ ਕਰਨ ਆਏ ਹਾਂ ਤੇ ਬਚਨ ਗੁਰੂ ਦਾ ਹਿਰਦੇ ਵਿੱਚ ਵਸਾਉਣ ਵਾਸਤੇ ਆਏ ਹਾਂ। ਜਿਸ ਤਰ੍ਹਾਂ ਕਿ ਜਦੋਂ ਗੁਰੂ ਦੇ ਦਰਸ਼ਨ ਕਰਨ ਆਈਏ ਨਾ ਤੇ ਉਦੋਂ ਭਾਵ ਮਨ ਦਾ ਚਾਉ ਪੈਦਾ ਹੁੰਦਾ ਹੈ। ਇਹ ਕਹਿ ਲਿਆ ਜਾਵੇ ਕਿ ਜਿਸ ਤਰ੍ਹਾਂ ਬਾਣੀ ਦਾ ਫਰਮਾਨ ਹੈ, ਹਰ ਮਿਲਨੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਅਸਲ ਵਿੱਚ ਪਤਾ ਕੀ ਹੈ, ਇਸ ਸੰਸਾਰ ਦੇ ਵਿੱਚ ਜਨਮ ਜਨਾਂਤਰਾਂ ਦਾ ਜਿਹੜਾ ਲੇਖਾ ਜੋਖਾ ਹੈ, ਕਰਮ ਜਿਹੜੇ ਹਨ ਭਾਵ ਉਹਨਾਂ ਦੇ ਉੱਤੇ ਖਾਸ ਤੌਰ ਤੇ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ ਵੀ ਅਸੀਂ ਕਰਮ ਕਿੱਦਾਂ ਦੇ ਬਣਾਉਣੇ ਨੇ, ਕਿੱਦਾਂ ਦਾ ਅਸੀਂ ਜੀਵਨ ਚਲਾਉਣਾ ਹੈ ਤੇ ਕਰਮਾਂ ਦੇ ਉੱਪਰ ਹੀ ਨਿਬੇੜਾ ਹੁੰਦਾ ਹੈ। ਭਾਵ ਅਸੀਂ ਜਿਹੋ ਜਿਹਾ ਕਰਮ ਕਰਦੇ ਹਾਂ ਉਹ ਸਾਨੂੰ ਭੋਗਣਾ ਪੈਂਦਾ ਹੈ। ਤੇ ਇਸ ਕਰਕੇ ਜਦੋਂ ਗੁਰੂ ਦੇ ਬਚਨਾਂ ਨੂੰ ਪੜ੍ਹੀਏ, ਭਗਤਾਂ ਦੀ ਵਿਚਾਰਧਾਰਾ ਨੂੰ ਪੜ੍ਹੀਏ ਤੇ ਭਗਤਾਂ ਦੇ ਵਿੱਚੋਂ ਸਾਨੂੰ ਮਿਲਦੇ ਨੇ ਭਗਤ ਸਧਨਾ ਜੀ, ਜਿਨ੍ਹਾਂ ਦਾ ਜੀਵਨ ਹੈਰਾਨ ਕਰ ਦੇਣ ਵਾਲਾ ਹੈ ਕਿ ਵੀ ਐਦਾਂ ਵੀ ਹੋ ਸਕਦਾ ਹੈ ਵੀ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਆਏ ਹਾਂ ਤੇ ਸਾਡੇ ਜਿਹੜੇ ਲੇਖੇ ਹਾਂ, ਸਾਡੇ ਜਿਹੜੇ ਕਰਮ ਹਨ ਉਹ ਬਦਲੇ ਜਾ ਸਕਦੇ ਨੇ। ਉਹਨਾਂ ਦੀ ਬੰਦਗੀ ਤੋਂ, ਉਹਨਾਂ ਦੇ ਸਿਮਰਨ ਤੋਂ ਇਹ ਸਭ ਕੁਝ ਮਿਲਦਾ ਹੈ। ਜਿਸ ਤਰ੍ਹਾਂ ਭਗਤ ਸਧਨਾ ਜੀ, ਉਹਨਾਂ ਦਾ ਜਨਮ ਪਾਕਿਸਤਾਨ ਦੇ ਪਿੰਡ ਸਿੰਧਪੁਰਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਜਿਹੜੇ ਪਿਤਾ ਜੀ ਹਨ ਉਹ ਕਸਾਈ ਦਾ ਕੰਮ ਕਰਿਆ ਕਰਦੇ ਹਨ ਤੇ ਕਹਿੰਦੇ ਕਸਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਨੂੰ, ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ। ਤੇ ਸਮਾਂ ਹੋਇਆ, ਭਗਤ ਸਧਨਾ ਜੀ ਜਵਾਨ ਹੋਏ, ਭਾਵ ਵੱਡੇ ਹੋਏ ਤੇ ਜਦੋਂ ਵੱਡੇ ਹੋਏ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਹੀ ਹਾਂ, ਮਿਸਤਰੀ ਦਾ ਪੁੱਤਰ ਮਿਸਤਰੀ ਹੋਇਆ ਕਰਦਾ ਹੈ, ਦਰਜੀ ਦਾ ਪੁੱਤਰ ਦਰਜੀ ਬਣ ਜਾਂਦਾ ਹੈ, ਵਪਾਰੀ ਦਾ ਪੁੱਤਰ ਵਪਾਰੀ ਬਣ ਜਾਂਦਾ ਹੈ। ਭਾਵ ਜੋ ਪਿਤਾ ਕੰਮ ਕਰਦਾ ਹੈ ਉਹ ਪੁੱਤਰ ਨੂੰ ਪ੍ਰਭਾਵਿਤ ਕਰਦਾ ਹੈ ਤੇ ਪੁੱਤਰ ਵੀ ਉਹ ਕੰਮ ਕਰਦਾ ਹੈ। ਪਰ ਸਧਨੇ ਦੇ ਜੀਵਨ ਦੇ ਅੰਦਰ ਇਦਾਂ ਦਾ ਸਮਾਂ ਆਇਆ ਕਿ ਆਪਣੇ ਪਿਤਾ ਦੇ ਨਾਲ ਹਮੇਸ਼ਾ ਦੁਕਾਨ ਤੇ ਜਾਂਦਾ ਹੈ। ਕਸਾਈਆਂ ਦਾ ਕੰਮ ਹੁੰਦਾ ਹੈ ਬੱਕਰੇ ਵੱਢਣੇ।
ਬੱਕਰੇ ਵੱਢਦਾ ਹੈ, ਪਿਤਾ ਦੇ ਨਾਲ ਭਾਵ ਮਦਦ ਕਰਾਉਂਦਾ ਹੈ। ਇੱਕ ਦਿਨ ਕੀ ਹੋਇਆ, ਸਮਾਂ ਆਇਆ, ਭਗਤ ਸਧਨਾ ਜੀ ਦੇ ਪਿਤਾ ਬਹੁਤ ਬਿਮਾਰ ਹੋ ਗਏ ਤੇ ਭਗਤ ਸਧਨਾ ਜੀ ਨੂੰ ਦੁਕਾਨ ਦਾ ਕਾਰੋਬਾਰ, ਭਾਵਕ ਸਾਈ ਦਾ ਕਾਰੋਬਾਰ ਸਾਰਾ ਸੰਭਾਲਣਾ ਪਿਆ। ਤੇ ਪਰ ਕਹਿੰਦੇ ਨੇ ਜਿਹੜੇ ਕਰਮ ਹੋਇਆ ਕਰਦੇ ਨੇ, ਜਿਹੜੇ ਮੁਕੱਦਰ ਹੋਇਆ ਕਰਦੇ ਨੇ, ਉਹ ਬੰਦੇ ਨੂੰ ਕਿਤੇ ਦੀ ਕਿੱਥੇ ਲੈ ਜਾਣ ਪਤਾ ਨਹੀਂ ਹੁੰਦਾ। ਅਸੀਂ ਵੀ ਤਾਂ ਕਈ ਵਾਰ ਬਚਨ ਕਰਦੇ ਹਾਂ ਵੀ ਅੱਜ ਤੋਂ ਪਹਿਲਾਂ ਫਲਾਣਾ ਬੰਦਾ ਇਦਾਂ ਦਾ ਸੀ, ਹੁਣ ਉਹ ਆ ਕਰਮ ਕਰਦਾ ਹੈ। ਪਰ ਹਰ ਬੰਦੇ ਦਾ ਕਰਮ ਹੁੰਦਾ ਹੈ। ਤੇ ਸਧਨਾ ਵੀ ਆਪਣੇ ਪਰਿਵਾਰ ਨੂੰ, ਪਿਤਾ ਦੀ ਦੇਖ ਰੇਖ ਨੂੰ ਲੈ ਕਰਕੇ ਦੁਕਾਨ ਸੰਭਾਲਣ ਲੱਗ ਪਿਆ। ਉਹ ਵੀ ਕਸਾਈ ਬਣ ਗਿਆ, ਬੱਕਰੇ ਵੱਢਦਾ ਹੈ। ਭਾਵ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਾਂ ਬੈਠੇ ਆ, ਸ਼ੋਭਾ ਤਾਂ ਨਹੀਂ ਦਿੰਦਾ, ਪਰ ਮਾਫ ਕਰਨਾ ਉਹਦਾ ਕਰਮ ਸੀ, ਸੱਚਾਈ ਹੈ ਕਿ ਭਗਤ ਸਧਨਾ ਜੀ ਜਿਹੜੇ ਸਨ ਉਹ ਮੀਟ ਵੇਚ ਕੇ ਆਉਂਦੇ ਨੇ, ਭਾਵ ਮਾਸ ਨੂੰ ਵੇਚ ਕੇ ਆਉਂਦੇ ਨੇ। ਇੱਕ ਦਿਨ ਸਮਾਂ ਆਇਆ ਕਿ ਉਹਨਾਂ ਨੂੰ ਮਾਸ ਵੇਚਣ ਵਾਸਤੇ ਆਪਣੀ ਦੁਕਾਨ ਤੋਂ ਦੂਰ ਜਾਣਾ ਸੀ, ਕਿਸੇ ਨੂੰ ਮਾਸ ਦੇ ਕੇ ਆਣਾ ਸੀ। ਉਹਨੇ ਬੱਕਰੇ ਨੂੰ ਵੱਢਿਆ, ਵੱਢ ਕੇ ਮਾਸ ਨੂੰ ਟੋਕਰੇ ਵਿੱਚ ਪਾਇਆ, ਪੱਗ ਡੰਡੀ ਹੁੰਦਾ ਹੋਇਆ। ਭਾਵ ਪਹਿਲਾਂ ਅੱਜ ਤੱਕ, ਹੁਣ ਤੱਕ ਲੋਕਾਂ ਨੇ ਕੱਚੇ ਰਸਤਿਆਂ ਤੇ ਸਫ਼ਰ ਕੀਤਾ ਹੈ, ਗੱਡਿਆਂ ਤੇ ਸਫ਼ਰ ਕੀਤਾ ਹੈ, ਤੁਰ ਕੇ ਸਫ਼ਰ ਕੀਤਾ ਹੈ, ਸਾਈਕਲਾਂ ਤੇ ਸਫ਼ਰ ਕੀਤਾ ਹੈ। ਪਰ ਜਿਸ ਟਾਈਮ 1180 ਦੇ ਵਿੱਚ ਭਗਤ ਸਧਨੇ ਦਾ ਜਨਮ ਹੋਇਆ, ਭਾਵ ਉਹ ਸਮਾਂ ਜਿਹੜਾ ਸੀ ਕੱਚੇ ਬਿਆਬਾਨ, ਜੰਗਲ, ਖੇਤਾਂ ਦੇ ਵਿੱਚੋਂ ਦੀ ਪੱਗ ਡੰਡੀਆਂ, ਉਹ ਪੱਗ ਡੰਡੀ ਤੁਰਿਆ ਜਾਂਦਾ ਹੈ। ਤੁਰਿਆ ਜਾਂਦਿਆਂ ਕੀ ਹੋਇਆ, ਇੱਕ ਸਾਧੂਆਂ ਦੀ ਮੰਡਲੀ ਆਈ ਤੇ ਉਹ ਸਾਧੂਆਂ ਦੀ ਮੰਡਲੀ ਉਸ ਪਰਮਾਤਮਾ ਦਾ ਨਾਮ ਜਪਦੀ ਆਈ ਹੈ ਤੇ ਮੁੱਖੋਂ ਬੋਲ ਰਹੀ ਹੈ ਕਿ ਜੇ ਉਹ ਜਿਹਾ ਬੰਦਾ ਕਰਮ ਕਰਦਾ ਹੈ ਉਹ ਉਹਨੂੰ ਭੋਗਣੇ ਪੈਂਦੇ ਨੇ, ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਉਹਨੂੰ ਭੋਗਣਾ ਪੈਂਦਾ ਹੈ। ਤੇ ਮਨ ਵਿੱਚ ਖਿਆਲ ਆਇਆ, ਭਾਵ ਕਿ ਸਾਧੂਆਂ ਦੀ ਸਤਸੰਗ ਵਿੱਚ ਬੈਠ ਗਿਆ, ਸਤਸੰਗ ਸੁਣਦਾ ਸੁਣਦਾ ਅੱਖਾਂ ਬੰਦ ਨੇ, ਇੰਨਾ ਮਗਨ ਹੋ ਗਿਆ ਟੋਕਰੇ ਵਿੱਚ ਪਾਇਆ ਹੋਇਆ ਮਾਸ ਵੀ ਕਾਂ ਕੁੱਤੇ ਖਾ ਗਏ। ਇੱਕੇ ਦਮ ਅੱਖਾਂ ਤੋਂ ਉੱਠਿਆ, ਕੀ ਦੇਖਦਾ ਕਿ ਟੋਕਰਾ ਜੋ ਸੀ ਖਾਲੀ ਹੋ ਗਿਆ। ਮਨ ਵਿੱਚ ਖਿਆਲ ਆਇਆ ਕਿ ਉਹ ਮੰਨਾ ਮੇਰਿਆ, ਤੂੰ ਤਾਂ ਮਾਸ ਦਾ ਵਪਾਰੀ ਹੈ, ਮਾਸ ਦਾ ਵਪਾਰ ਕਰਨਾ ਤੇਰਾ ਕਰਮ ਹੈ। ਤੇ ਪਰ ਸਾਧੂ ਮਹਾਂਪੁਰਖ ਬਚਨ ਇਹ ਕਰਦੇ ਨੇ ਕਿ ਇਹੋ ਜਿਹੇ ਕਰਮ ਜਿਹੜੇ ਹੁੰਦੇ ਨੇ ਉਹ ਬੰਦੇ ਨੂੰ ਭੋਗਣੇ ਪੈਂਦੇ ਨੇ। ਵਾਪਸ ਮੁੜਿਆ, ਮਨ ਵਿੱਚ ਖਿਆਲ ਹੈ ਉਹ ਬੰਦਗੀ ਵਾਲੀਆਂ ਰੂਹਾਂ, ਉਹ ਬੰਦਗੀ ਕਰਨ ਵਾਲੇ ਸਾਧੂ ਮਹਾਂਪੁਰਖ ਖਾਂਦੇ ਬਚਨ ਇੱਕ ਇੱਕ ਹਿਰਦੇ ਵਸ ਗਏ। ਤੇ ਗੁਰਮੁਖੋ ਉਹ ਹਿਰਦੇ ਵਿੱਚ ਵਸਿਆ ਹੋਇਆ ਬਚਨਾਂ ਨੂੰ ਕਮਾਉਂਦਾ ਹੋਇਆ
ਆਪਣਾ ਕੰਮ ਫਿਰ ਸ਼ੁਰੂ ਕਰਦਾ ਹੈ। ਫਿਰ ਇੱਕ ਦਿਨ ਉਹਨੂੰ ਰਸਤੇ ਦੇ ਵਿੱਚ ਤੁਰੇ ਜਾਂਦੇ ਇੱਕ ਪੱਥਰ ਮਿਲਿਆ ਤੇ ਪੱਥਰ ਦੀ ਸੁੰਦਰਤਾ ਦੇਖ ਕਰਕੇ, ਜਿਸ ਪੱਥਰ ਨੂੰ ਸਾਲਗ੍ਰਾਮ ਕਹਿੰਦੇ ਨੇ, ਆਮ ਲੋਕ ਬ੍ਰਾਹਮਣ ਲੋਕ ਸਾਲਗ੍ਰਾਮ ਪੱਥਰ ਦੀ ਪੂਜਾ ਕਰਦੇ ਨੇ। ਭਾਵ ਉਹਨਾਂ ਦਾ ਮੰਨਣਾ ਹੈ ਕਿ ਇਸ ਸਾਲਗ੍ਰਾਮ ਦੇ ਅੰਦਰ ਪਰਮਾਤਮਾ ਦਾ ਵਾਸ ਹੈ। ਪਰ ਭਗਤ ਸਧਨਾ ਜੀ ਉਸ ਪੱਥਰ ਨੂੰ ਆਪਣੇ ਦੁਕਾਨ ਤੇ ਲੈ ਗਏ। ਡੇਲੀ ਉਹਦਾ ਇਸ਼ਨਾਨ ਕਰਾਉਂਦੇ ਨੇ, ਧੂਪ ਬੱਤੀ ਕਰਦੇ ਨੇ, ਉਪਰੰਤ ਉਸ ਪੱਥਰ ਦੇ ਨਾਲ ਹੀ ਮਾਸ ਤੋਲ ਕੇ ਦਿੰਦੇ ਨੇ। ਸਮਾਂ ਚੱਲਦਾ ਰਿਹਾ, ਨਿੱਤਾ ਪ੍ਰਤੀ ਦਾ ਕਰਮ ਬਣ ਗਿਆ ਕਿ ਆਣਾ ਹੈ, ਪਰ ਅੰਦਰਲੀ ਜਿਹੜੀ ਅਵਸਥਾ ਹੈ ਉਹ ਸਾਧੂਆਂ ਦੀ ਸਤਸੰਗ ਕਰਨ ਦੇ ਨਾਲ ਅੰਦਰੂ ਪ੍ਰੇਮ ਸੰਤ ਵਾਲਾ ਜਾਗ ਗਿਆ। ਅੰਦਰ ਭਾਵਨਾ ਹੈ ਕਿ ਮੈਂ ਕੋਈ ਸਤਸੰਗ ਸੁਣਾ। ਉਹਦੀ ਅੰਦਰਲੀ ਭਾਵਨਾ ਨੂੰ ਦੇਖਦੇ ਬਹੁਤ ਸੰਤ ਮਹਾਂਪੁਰਖ ਆਉਂਦੇ ਜਾਂਦੇ ਸਧਨਾ ਭਗਤ ਨੂੰ ਮਿਲਦੇ ਨੇ। ਪਰ ਜਦੋਂ ਗੱਲ ਆ ਜਾਂਦੀ ਉਹਦੇ ਕਰਮ ਦੀ, ਭਾਵ ਉਹਦੀ ਕਿਰਤੀ ਦੀ, ਉਹਦੇ ਇਹ ਹੁੰਦਾ ਹੈ ਕਿ ਸਧਨਾ ਜੀ ਕੋਈ ਹੋਰ ਕੰਮ ਕਰੋ। ਪਰ ਸਧਨਾ ਜੀ ਕਹਿੰਦੇ ਇਹ ਸਾਡਾ ਕਰਮ ਹੈ। ਇੱਕ ਦਿਨ ਸਮਾਂ ਆਇਆ ਕਿ ਸਮਾਂ ਸਭ ਕੁਝ ਕਰਵਾ ਦਿੰਦਾ ਹੈ। ਇੱਕ ਸੰਤ ਮਹਾਂਪੁਰਖ ਆਏ ਤੇ ਆ ਕੇ ਸਧਨਾ ਨੂੰ ਕਹਿਣ ਲੱਗੇ, ਸਧਨਾ ਜੀ ਤੁਹਾਡਾ ਮਨ ਬੜਾ ਨਿਰਮਲ ਹੈ, ਤੁਹਾਡੇ ਅੰਦਰੋਂ ਪਿਆਰ ਦੀ ਝਲਕ ਪੈਂਦੀ ਹੈ, ਪਰ ਜਿਹੜੇ ਤੁਸੀਂ ਕਰਮ ਕਰਦੇ ਹੋ ਇਹ ਮੈਨੂੰ ਚੰਗਾ ਨਹੀਂ ਲੱਗਾ। ਹੱਥ ਜੋੜ ਲਏ ਸਧਨਾ ਜੀ ਨੇ, ਕਹਿੰਦੇ ਮਹਾਂਪੁਰਖੋ ਮੈਂ ਕਿਹੜੇ ਕਰਮ ਕਰਦਾ ਹਾਂ? ਕਹਿੰਦੇ ਜਿਹੜਾ ਸਾਲਗ੍ਰਾਮ ਪੱਥਰ ਚੱਕੀ ਬੈਠਾ ਹੈ ਨਾ, ਇਹ ਪੂਜਣ ਯੋਗ ਆ, ਇਹਦੀ ਪੂਜਾ ਕਰੀਦੀ ਹੈ ਤੇ ਇਹਨੂੰ ਪੂਜ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਤੇ ਤੂੰ ਇਹਦੇ ਨਾਲ ਕੀ ਕਰਮ ਕਰੀ ਜਾਂਦਾ? ਭਗਤ ਜੀ ਨੇ ਹੱਥ ਜੋੜੇ, ਕਹਿੰਦੇ ਮਹਾਂਪੁਰਖੋ ਬ੍ਰਾਹਮਣ ਜੀ ਇਸ ਪੱਥਰ ਨੂੰ ਤੁਸੀਂ ਲੈ ਜਾਓ, ਮੈਂ ਕਿਸੇ ਹੋਰ ਵਸਤੂ ਨਾਲ ਤੋਲ ਪੂਰਾ ਕਰ ਲਵਾਂਗਾ। ਪਰ ਗੁਰਮੁਖੋ ਜਿਸ ਤਰ੍ਹਾਂ ਉਹ ਰਿਖੀ ਉਹ ਬ੍ਰਾਹਮਣ ਲੈ ਕੇ ਗਿਆ ਪੱਥਰ ਨੂੰ, ਧੋ ਸਵਾਰ ਕੇ ਗੰਗਾ ਜਲ ਦੇ ਨਾਲ ਉਹਦਾ ਇਸ਼ਨਾਨ ਕਰਕੇ ਕਰਾ ਕੇ ਉਹਨੂੰ ਆਰਤੀ ਕੀਤੀ, ਤੇ ਉਹ ਆਰਤੀ ਕਰਕੇ ਉਹਨੂੰ ਸੋਹਣੀ ਜਗ੍ਹਾ ਤੇ ਸ਼ੋਭਿਤ ਕੀਤਾ। ਕੋਈ 2-4 ਦਿਨ ਬਤੀਤ ਹੋਏ, ਕੀ ਦੇਖਦਾ ਹੈ ਕਿ ਰਾਤ ਨੂੰ ਉਹ ਪੱਥਰ ਉਹਦੀ ਛਾਤੀ ਤੇ ਆ ਕੇ ਬੈਠ ਜਾਂਦਾ ਹੈ। ਛਾਤੀ ਤੇ ਆ ਕੇ ਬੈਠ ਕੇ ਕਹਿੰਦਾ ਬ੍ਰਾਹਮਣ ਜੀ ਮੇਰਾ ਜੀ ਨਹੀਂ ਲੱਗਦਾ, ਮੇਰਾ ਜੀ ਨਹੀਂ ਲੱਗਦਾ। ਮੈਂ ਭਗਤ ਸੈਣ ਦੇ ਨਾਲ, ਭਗਤ ਵਾਹਿਗੁਰੂ ਭਗਤ ਸਾਧਨਾ ਜੀ ਦੇ ਨਾਲ ਮੇਰਾ ਪ੍ਰੇਮ ਹੀ ਇੰਨਾ ਗੂੜਾ ਸੀ ਕਿ ਮੈਨੂੰ ਹੋਰ ਕੋਈ ਗੱਲ ਚੰਗੀ ਨਹੀਂ ਲੱਗਦੀ। ਮੈਨੂੰ ਕਿਰਪਾ ਕਰੋ, ਜਾ ਕੇ ਸਧਨਾ ਜੀ ਕੋਲ ਛੱਡ ਆਓ। ਰੋਜ਼ ਬੇਨਤੀ ਕਰਦਾ ਤੇ ਬ੍ਰਾਹਮਣ ਜੀ ਡਰ ਗਏ, ਕਹਿੰਦੇ ਇਹ ਕਿਹੋ ਜੀ ਰੂਹ ਹੈ ਜਿਹੜੀ ਭਗਤ ਸਧਨਾ ਜੀ ਦੇ ਨਾਲ ਜੁੜੀ ਹੈ। ਆ ਕੇ ਪੁਕਾਰ ਕੀਤੀ, ਭਾਈ ਸਧਨਾ ਜੀ
ਆਹ ਤੁਹਾਡਾ ਸਾਲਗ੍ਰਾਮ ਲਓ, ਮੈਨੂੰ ਇਹਦੀ ਜ਼ਰੂਰਤ ਨਹੀਂ, ਇਹਦੀ ਜ਼ਰੂਰਤ ਤਾਂ ਤੁਹਾਨੂੰ ਹੈ, ਇਹਦੀ ਜ਼ਰੂਰਤ ਤਾਂ ਤੁਹਾਨੂੰ ਹੈ, ਤੁਹਾਡਾ ਪਿਆਰ ਹੈ ਇਹਦੇ ਨਾਲ, ਇਹ ਤੁਹਾਡੇ ਬਗੈਰ ਨਹੀਂ ਰਹਿ ਸਕਦਾ। ਇੰਨੀ ਬੇਨਤੀ ਕਰਕੇ ਉਹ ਮਹਾਂਪੁਰਖ ਚਲੇ ਗਏ। ਹੁਣ ਕੀ ਹੋਇਆ? ਨਿੱਤਾ ਪ੍ਰਤੀ ਦੇ ਕਰਮ ਕਰਦਾ ਹੈ। ਸਮਾਂ ਆਇਆ, ਜਿਸ ਤਰ੍ਹਾਂ ਆਪਾਂ ਸਰਹੰਦ ਜਾਂਦੇ ਆ, ਪੁਰਾਣੀ ਸਰਹੰਦ ਬੋਲਦੇ ਨੇ ਜਿਸ ਨੂੰ, ਉਸ ਸਰਹੰਦ ਤੇ ਭਗਤ ਸਧਨਾ ਜੀ ਦਾ ਸਥਾਨ ਬਣਿਆ ਹੋਇਆ ਹੈ। ਉੱਥੇ ਹੀ ਭਗਤ ਸਧਨਾ ਜੀ ਨੇ ਅਗਲੇ ਜੋ ਬਚਨ ਆਪ ਜੀ ਨੇ ਸਰਵਣ ਕਰਨੇ ਹਨ। ਕਹਿੰਦੇ ਦੁਕਾਨ ਦਾ ਸਾਰਾ ਦਿਨ ਕੰਮ ਕੀਤਾ, ਭਾਵ ਆਪਣਾ ਕਰਮ ਕੀਤਾ, ਤੇ ਸ਼ਾਮ ਹੋਈ ਤੇ ਕਹਿੰਦੇ ਗੁਰਮੁਖੋ ਇੱਕ ਕੋਈ ਖਾਸ ਯਾਰ ਮਿੱਤਰ, ਜਾਂ ਇਹ ਕਹਿ ਲੋ ਕੋਈ ਖਾਸ ਬੰਦਾ ਉਹਦੇ ਕੋਲੇ ਪਹੁੰਚਿਆ। ਕਹਿੰਦਾ ਭਗਤ ਸਧਨਾ ਜੀ, ਸਧਨਾ ਜੀ ਮੇਰੀ ਗੱਲ ਸੁਣੋ, ਮੇਰੇ ਘਰ ਰਿਸ਼ਤੇਦਾਰ ਆਏ ਹੈ ਤੇ ਮੈਨੂੰ ਇਹ ਮਾਸ ਦੀ ਜ਼ਰੂਰਤ ਹੈ, ਭਾਵ ਮੀਟ ਦੀ ਜ਼ਰੂਰਤ ਹੈ। ਤੇ ਹੁਣ ਸਧਨਾ ਜੀ ਬੜੇ ਚਿੰਤਤ ਹੋ ਗਏ। ਕਹਿੰਦੇ ਚੁੱਪ ਕਿੱਦਾਂ ਕਰ ਗਿਆ? ਕਹਿੰਦਾ ਮੈਂ ਤੁਹਾਨੂੰ ਮਾਸ ਦਵਾਂ ਕਿਵੇਂ? ਤੁਹਾਨੂੰ ਛੱਡ ਵੀ ਨਹੀਂ ਸਕਦਾ, ਖਾਲੀ ਵੀ ਨਹੀਂ ਮੋੜ ਸਕਦਾ। ਪਰ ਅਸਲ ਵਿੱਚ ਇਹ ਗੱਲ ਹੈ, ਜੇ ਮੈਂ ਅੱਜ ਬੱਕਰਾ ਵੱਢਿਆ ਤੇ ਬੱਕਰੇ ਦਾ ਸਾਰਾ ਮਾਸ ਸਵੇਰ ਤੱਕ ਖਰਾਬ ਹੋ ਜਾਣਾ ਹੈ। ਮਨ ਵਿੱਚ ਖਿਆਲ ਆਇਆ ਕਿ ਹੋਵੇ ਨਾ ਬੱਕਰੇ ਦਾ ਇੱਕ ਅੰਗ ਵੱਢ ਦਿੱਤਾ ਜਾਵੇ, ਇੱਕ ਅੰਗ ਵੱਢ ਕਰਕੇ ਇਹਨੂੰ ਆਪਾਂ ਜਿੰਨਾ ਕੁ ਮਾਸ ਚਾਹੀਦਾ ਉਹਨਾਂ ਦੇ ਦਈਏ। ਉਹਨੇ ਬੱਕਰੇ ਵੱਲ ਹੋਇਆ ਤੇ ਕਹਿੰਦਾ ਗੱਲ ਐਵੇਂ ਆ, ਮੈਂ ਤੇਰੇ ਖਾਤਰ ਸਾਰਾ ਬੱਕਰਾ ਤਾਂ ਨਹੀਂ ਵੱਢ ਸਕਦਾ, ਪਰ ਬੱਕਰੇ ਦਾ ਇੱਕ ਅੰਗ ਜਿਹੜਾ ਹੈ ਉਹ ਮੈਂ ਤੈਨੂੰ ਵੱਢ ਕੇ ਦੇ ਦੇਵਾਂਗਾ। ਉਹਨੇ ਬੱਕਰੇ ਦੀ ਲੱਤ ਵੱਲ ਨੂੰ ਦੇਖਿਆ, ਇਸ਼ਾਰਾ ਕੀਤਾ, ਬੱਕਰਾ ਵੀ ਦੇਖ ਰਿਹਾ ਸੀ ਤੇ ਬੱਕਰੇ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਬੱਕਰਾ ਰੋਇਆ, ਫਿਰ ਹੱਸਿਆ, ਫਿਰ ਨੱਚਿਆ ਤੇ ਕਹਿਣ ਲੱਗਾ, ਆਵਾਜ਼ ਆਈ ਜਿਵੇਂ ਭਗਤ ਦੇ ਬੱਕਰੇ ਦੇ ਕੋਲ ਹੋਏ ਸਧਨਾ ਜੀ, ਤੇ ਆਵਾਜ਼ ਆਈ, ਕਹਿੰਦੇ ਉਹ ਸਧਨਿਆ, ਇੱਥੋਂ ਤੱਕ ਤਾਂ ਗੱਲ ਠੀਕ ਸੀ ਕਿ ਕਈ ਜਨਮ ਜਨਾਤਰਾ ਤੂੰ ਮੈਨੂੰ ਵੱਢਦਾ ਹੈ, ਮੈਂ ਤੈਨੂੰ ਵੱਢਦਾ ਆਇਆ, ਪਰ ਅੱਜ ਹੈਰਾਨੀ ਇਸ ਗੱਲ ਦੀ ਹੈ, ਅੱਜ ਤੂੰ ਨਵੀਂ ਰੀਤ ਸ਼ੁਰੂ ਕਰਨ ਲੱਗਾ। ਅੱਜ ਤੱਕ ਤੂੰ ਮੈਨੂੰ ਵੱਢਦਾ ਆਇਆ, ਮੈਂ ਤੈਨੂੰ ਵੱਢਦਾ ਆਇਆ, ਇੱਥੋਂ ਤੱਕ ਤਾਂ ਗੱਲ ਠੀਕ ਸੀ, ਪਰ ਸਧਨਾ ਆ ਨਵੀਂ ਪਾਪ ਕਰ ਰਿਹਾ ਤੂੰ, ਅੱਜ ਤੂੰ ਮੇਰੀ ਲੱਤ ਵੱਢੇਗਾ ਤੇ ਹੋ ਸਕਦਾ ਹੈ ਜਿਵੇਂ ਤੂੰ ਮੈਨੂੰ ਤੜਫਦਾ ਛੱਡ ਗਿਆ ਤੇ ਮੈਂ ਵੀ ਤੇਰੇ ਨਾਲ ਇਦਾਂ ਦਾ ਪਰਉਪਕਾਰ ਕਰਾਂਗਾ। ਬੜਾ ਹੈਰਾਨ ਹੋਇਆ। ਅੱਜ ਵੀ ਸਰਹੰਦ ਤੇ ਉੱਥੇ ਜਗ੍ਹਾ ਬਣੀ ਹੋਈ ਹੈ ਨਾ, ਜਿੱਥੇ ਬੱਕਰਾ ਬੋਲਿਆ ਵੀ ਸੀ, ਹੱਸਿਆ ਵੀ ਸੀ ਤੇ ਕਹਿੰਦੇ ਉੱਥੇ ਰੋਇਆ ਵੀ ਸੀ। ਅੱਜ ਵੀ ਸਥਾਨ ਬਣਿਆ ਹੋਇਆ ਹੈ। ਕਹਿੰਦੇ ਜਦੋਂ ਭਗਤ ਜੀ ਉਹਦੇ ਕੰਨੀ ਦੇਖਦੇ ਨੇ ਤੇ ਆਪਦੇ ਮਿੱਤਰ ਕੰਨੀ ਦੇਖਦੇ ਨੇ, ਹੱਥ ਵਿੱਚ ਫੜੀ ਹੋਈ ਛੁਰੀ ਛੁੱਟ ਗਈ ਤੇ ਅੱਖਾਂ ਵਿੱਚ ਹੰਝੂ ਆ ਗਏ। ਆ ਨਵੀਂ ਵੀੜੀ ਚਲਾਉਣ ਲੱਗਾ ਸੀ, ਮੈਂ ਇਹ ਨਵਾਂ ਪਾਪ ਕਰਨ ਲੱਗਾ ਸੀ। ਹੇ ਰੱਬਾ ਤੂੰ ਮੈਨੂੰ ਬਚਾ ਲਿਆ, ਹੇ ਮਾਲਕਾ ਤੂੰ ਮੈਨੂੰ ਬਚਾ ਲਿਆ। ਸਭ ਕੁਝ ਉੱਤੇ ਛੱਡ ਦਿੱਤਾ, ਲੈ
ਰਾਮ ਨਾਲ ਪਰਮਾਤਮਾ ਦੀ ਯਾਦ ਵਿੱਚ ਜੁੜ ਕਰਕੇ ਉਸ ਰੱਬ ਦੇ ਕਦਮਾਂ ਦੇ ਉੱਤੇ ਚੱਲ ਪਿਆ, ਭਾਵ ਉਹ ਕਰਮ ਕਰਨ ਚੱਲ ਪਿਆ। ਕਹਿੰਦੇ ਮਨ ਵਿੱਚ ਮੁਕਤੀ ਦਾ ਦਰ, ਮਨ ਦੇ ਵਿੱਚ ਖਿਆਲ ਹੈ ਕਿ ਮਾਲਕਾ ਮੇਰੇ ਪਾਪਾਂ ਨੂੰ ਕਿੱਦਾਂ ਬਖਸ਼ੇਗਾ, ਤੇ ਬਖਸ਼ਾਉਣ ਦਾ ਇੱਕੋ ਹੀ ਯਤਨ ਹੈ ਗੁਰਮੁਖ ਪਿਆਰਿਓ, ਉਹ ਇਹ ਹੈ ਕਿ ਤੁਸੀਂ ਆਪਣੇ ਜੀਵਨ ਅੰਦਰ ਸਿਮਰਨ ਕਰੋ। ਅੱਜ ਵੀ ਜਿਹੜੀ ਗੱਲ ਹੁੰਦੀ ਹੈ ਸਿਮਰਨ ਦੀ ਗੱਲ ਹੁੰਦੀ ਹੈ, ਅਭਿਆਸ ਦੀ ਗੱਲ ਹੁੰਦੀ ਹੈ ਕਿ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਉਹਨਾਂ ਦੇ ਕਰਮ, ਉਹਨਾਂ ਦੇ ਕਦਮ ਰੱਬ ਉਹਨਾਂ ਦੇ ਲੇਖੇ ਨਹੀਂ ਪੁੱਛਦਾ, ਉਹਨਾਂ ਦਾ ਲੇਖਾ ਕਦੇ ਨਹੀਂ ਪੁੱਛਦਾ। ਉਹ ਮਾਲਕ ਉਹਨਾਂ ਦੇ ਲਿਖੇ ਹੋਏ ਕਰਮਾਂ ਤੇ ਪੜਦਾ